प्यार नाल रखो जी। वाहिगुरू जी का खालसा, वाहिगुरू जी की फतेह। ਜਿਹੜੀਆਂ 9 ਵਾਰਾਂ ਦੇ ਉੱਤੇ ਧੁਨੀਆਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਅੰਕਿਤ ਕੀਤੀਆਂ, ਉਹਨਾਂ ਦੀ ਲੜੀਵਾਰ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਅੱਜ ਦੀ ਇਹ ਵਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਹੈ ਤੇ ਇਸ ਵਾਰ ਨੂੰ ਗਾਉਣ ਦੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਹਦਾਇਤ ਵੀ ਕੀਤੀ ਹੋਈ ਹੈ। ਜਿਨ੍ਹਾਂ ਯੋਧਿਆਂ ਦੀ ਵਾਰ ਦੇ ਉੱਤੇ ਇਹਨਾਂ ਨੂੰ ਗਾਉਣ ਦੀ ਹਦਾਇਤ ਹੈ, ਹੁਣ ਆਪਾਂ ਉਹਨਾਂ ਦਾ ਪਿਛੋਕੜ ਨਜ਼ਰ ਮਾਰਦੇ ਹਾਂ। ਇਹ ਮੈਂ ਬੇਨਤੀ ਕਰਾਂਗਾ ਵੀ ਅੱਜ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਨਾ ਪੈਣਾ, ਸਪੈਸ਼ਲ ਧਿਆਨ ਦੇ ਕੇ ਫਿਰ ਆਪਾਂ ਇਸ ਗੱਲ ਦੇ ਨਤੀਜੇ ਤੇ ਪਹੁੰਚਾਂਗੇ। ਦਸਾਂ ਪਾਤਸ਼ਾਹੀਆਂ ਦਾ 1469 ਤੋਂ ਲੈ ਕੇ 1708 ਸਾਲ ਤੱਕ ਦਾ ਜਿਹੜਾ ਸਮਾਂ ਹੈ, 10 ਜਾਮਿਆਂ ਵਿੱਚ ਗੁਰੂ ਜੀ ਵਿਚਰੇ, ਪਰ ਇਹਦੇ ਮੁਕਾਬਲੇ ਵਿੱਚ ਬਰਾਬਰ ਜਿਹੜੇ ਮੁਗਲ ਨੇ ਉਹ 7 ਬਾਦਸ਼ਾਹੀਆਂ ਉਹਨਾਂ ਨੇ ਹੰਢਾਈਆਂ ਨੇ। ਸਭ ਤੋਂ ਪਹਿਲਾਂ ਮੁਗਲਾਂ ਤੋਂ ਪਹਿਲਾਂ ਇੱਥੇ ਲੋਧੀਆਂ ਦਾ ਰਾਜ ਸੀ। 1526 ਵਿੱਚ, 1519 ਵਿੱਚ, 1520 ਵਿੱਚ ਇਹਨੇ ਪਹਿਲਾਂ ਵੀ ਹਮਲੇ ਕੀਤੇ ਨੇ ਬਾਬਰ ਨੇ, ਪਰ ਆਪਾਂ ਆਪਣੀ ਗੱਲ ਵੱਲ ਰਹੀਏ। 1526 ਦੇ ਵਿੱਚ ਪਾਣੀਪਤ ਦੇ ਮੈਦਾਨ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਨੇ ਮੁਗਲ ਬਾਦਸ਼ਾਹੀ ਦੀ ਨੀਂਹ ਰੱਖੀ, ਆਗਾਜ਼ ਕੀਤਾ। ਪਰ ਬਾਬਰ ਨੇ ਹਿੰਦੁਸਤਾਨ ਵਿੱਚ ਰਾਜ ਬਹੁਤ ਥੋੜਾ ਸਮਾਂ ਕੀਤਾ। 1526 ਵਿੱਚ ਉਹ ਸ਼ੁਰੂਆਤ ਕਰਦਾ ਹੈ ਤੇ 1530 ਚ ਉਹਦੀ ਮੌਤ ਹੋ ਜਾਂਦੀ ਹੈ। 1530 ਤੋਂ ਬਾਅਦ ਵਿੱਚ ਬਾਬਰ ਦਾ ਪੁੱਤ ਹਮਾਯੂੰ ਉਹ ਰਾਜ ਤਖਤ ਤੇ ਬੈਠਦਾ ਹੈ। ਹਮਾਯੂੰ ਦੀ ਉਸ ਵਕਤ ਦੇ ਸ਼ੇਰ ਸ਼ਾਹ ਸੂਰੀ ਦੇ ਨਾਲ ਟੱਕਰ ਹੁੰਦੀ ਰਹੀ। ਇਹਦੇ ਰਾਜ ਭਾਗ ਵਿੱਚ ਭਗਦੜ ਹੀ ਰਹੀ ਹੈ, ਕੋਈ ਬਹੁਤਾ ਟਿਕਾਅ ਵਾਲਾ ਰਾਜ ਨਹੀਂ ਰਿਹਾ। ਪਰ ਇਹਨੂੰ ਪੜ੍ਹਨ ਦਾ ਸ਼ੌਕ ਸੀ। ਜੇ ਇਹਨੇ ਜਿੱਤ ਹਾਸਲ ਕੀਤੀ ਹੀ ਰਾਜ ਤਖਤ ਤੇ ਬੈਠਾ ਹੀ ਤਾਂ ਦਿੱਲੀ ਦੇ ਵਿੱਚ ਇਹ ਲਾਇਬ੍ਰੇਰੀ ਤੋਂ ਕਿਤਾਬ ਪੜ੍ਹਦਾ ਉਤਰ ਰਿਹਾ ਸੀ ਤੇ ਪੌੜੀਆਂ ਤੋਂ ਫਿਸਲ ਗਿਆ ਤੇ 1556 ਵਿੱਚ ਇਹਦੀ ਮੌਤ ਹੋ ਗਈ। ਅੱਗੇ ਇਹਦਾ ਪੁੱਤ ਅਕਬਰ ਹੁਣ ਤਖਤ ਤੇ ਬੈਠਾ ਹੈ, ਜਿਹਦੀ ਅੱਜ ਆਪਾਂ ਨੂੰ ਲੋੜ ਪੈਣੀ ਹੈ, ਪਰ ਮੈਂ ਪਹਿਲਾਂ ਅੱਗੇ ਤੱਕ ਸਾਰੀ ਗੱਲ ਦੱਸ ਦਿਆਂ ਤਾਂ ਕਿ ਆਪਾਂ ਨੂੰ ਪਕੜ ਵਿੱਚ ਆ ਜਾਏ ਗੱਲ ਸਾਰੀ। 1556 ਤੋਂ ਲੈ ਕੇ ਲਗਾਤਾਰ 1605 ਤੱਕ ਅਕਬਰ ਬਾਦਸ਼ਾਹ ਤਖਤ ਤੇ ਬੈਠਾ। ਇਹਨੇ 49 ਸਾਲ 49 ਇਹਨਾਂ ਸਾਲ ਇਹਨੇ ਰਾਜ ਕੀਤਾ ਹੈ। ਇਹਦੀ ਗੱਲ ਤੇ ਆਪਾਂ ਨੇ ਆਉਣਾ ਵਾਪਸ, ਪਰ ਮੈਂ ਬੇਨਤੀ ਕਰਦੇ ਪਹਿਲਾਂ ਅਕਬਰ ਬਾਦਸ਼ਾਹ ਦੇ 1605 ਵਿੱਚ ਆਗਰੇ 'ਚ ਮੌਤ ਹੋ ਜਾਣ ਕਰਕੇ ਇਹਦਾ ਪੁੱਤ ਜਹਾਂਗੀਰ ਤਖਤ ਤੇ ਬੈਠਾ। ਜਹਾਂਗੀਰ ਨੇ ਅੱਗੇ ਇਹਦਾ ਪੁੱਤ ਸ਼ਾਹਜਹਾਨ ਤਖਤ ਤੇ ਬੈਠਾ। ਸ਼ਾਹਜਹਾਨ ਦਾ ਪੁੱਤਰ ਹੈ ਔਰੰਗਜ਼ੇਬ, ਉਹ ਤਖਤ ਤੇ ਬੈਠਾ ਤੇ ਔਰੰਗਜ਼ੇਬ ਦਾ ਪੁੱਤਰ ਹੈ ਬਹਾਦਰ ਸ਼ਾਹ, ਉਹ ਤਖਤ ਤੇ ਬੈਠਾ। ਇੱਕ ਵਾਰੀ ਮੈਂ ਫਿਰ ਦੁਹਰਾਵਾਂ, ਬਾਬਰ ਆਇਆ, ਉਹਦਾ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ। ਮੇਰਾ ਖਿਆਲ ਹੈ ਤੁਹਾਨੂੰ ਸਾਰਿਆਂ ਨੂੰ ਬਾਬਰ ਬਾਣੀ ਦੇ ਸ਼ਬਦ ਯਾਦ ਹੋਣਗੇ। ਗੁਰਬਾਣੀ ਵਿੱਚ ਜ਼ਿਕਰ ਵੀ ਹੈ, ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਈ।
ਜਾਂ ਇਉਂ ਕਹਿ ਲਓ ਦੂਜੇ ਸ਼ਬਦਾਂ ਵਿੱਚ ਉਹ ਜਦੋਂ ਪਾਪ ਦੀ ਜੰਝ ਲੈ ਕੇ ਰੱਤ ਦਾ ਕੁੰਕੂ ਪਾ ਕੇ ਸ਼ਰਮ ਧਰਮ ਛੱਪ ਖਲੋਏ ਸਨ, ਉਦੋਂ ਕੂੜ ਦੀ ਪ੍ਰਧਾਨਤਾ ਹੋ ਗਈ ਸੀ। ਉਹਨੇ ਜੋੜੀ ਦਾਨ ਮੰਗਿਆ ਸੀ। ਬਾਬਰ ਤੋਂ ਬਾਅਦ ਹੁਮਾਯੂੰ ਸ਼ੇਰਸ਼ਾਹ ਸੂਰੀ ਨਾਲ ਜੰਗ ਦੇ ਮੈਦਾਨ ਵਿੱਚ ਹਾਰ ਗਿਆ ਕਨੌਜ, ਤੇ ਭੱਜ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਆਇਆ। ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਪੜ੍ਹਾ ਰਹੇ ਸਨ, ਉਹਨਾਂ ਪ੍ਰਵਾਹ ਨਾ ਕੀਤੀ, ਤੇ ਹੁਮਾਯੂੰ ਤੜਫਿਆ ਵੀ ਮੈਂ ਏਡਾ ਵੱਡਾ ਬਾਦਸ਼ਾਹ ਆਇਆ, ਬਾਬਰ ਦਾ ਪੁੱਤਰ ਹੈ ਮੈਂ, ਤੇ ਮੇਰੀ ਪ੍ਰਵਾਹ ਨਹੀਂ ਕੀਤੀ। ਤੇ ਉਹਨੇ ਤਲਵਾਰ ਕੱਢੀ। ਗੁਰੂ ਸਾਹਿਬਾਂ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ, ਭਲਿਆ ਜੇ ਏਡਾ ਹੀ ਧਨੀ ਸੀ, ਜੰਗ ਦੇ ਮੈਦਾਨ 'ਚੋਂ ਕਿਉਂ ਭੱਜ ਕੇ ਆਇਆ? ਜਿੱਥੇ ਤਲਵਾਰ ਚਲਾਉਣੀ ਸੀ ਉੱਥੋਂ ਭੱਜ ਆਏ ਆ, ਜਿੱਥੇ ਵਿਚਾਰ ਕਰਨੀ ਸੀ ਉੱਥੇ ਤਲਵਾਰਾਂ ਕੱਢ ਕੇ ਬੈਠ ਗਏ। ਅਕਬਰ ਬਾਦਸ਼ਾਹ ਦਾ ਵੀ ਸ਼ਾਇਦ ਤੁਹਾਨੂੰ ਖਿਆਲ ਹੋਵੇਗਾ, ਅਕਬਰ ਬਾਦਸ਼ਾਹ ਵੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਏ ਸਨ। ਇਹਨੇ ਵੀ ਆ ਕੇ ਗੁਰੂ ਦੇ ਘਰ ਵਿੱਚੋਂ ਲੰਗਰ ਛਕਿਆ ਸੀ, ਬੜਾ ਪ੍ਰਭਾਵਿਤ ਹੋਇਆ ਸੀ, ਬੇਨਤੀ ਕੀਤੀ ਸੀ ਮੈਂ ਕੋਈ ਜਗੀਰ ਗੁਰੂ ਦੇ ਘਰ ਲਾਉਣਾ ਚਾਹੁੰਦਾ ਹਾਂ। ਔਰ ਗੁਰੂ ਅਮਰਦਾਸ ਜੀ ਨੇ ਉਦੋਂ 4 ਫੈਸਲੇ ਕਰਵਾਏ ਸਨ। ਇੱਕ, ਕਿਸਾਨਾਂ ਦਾ ਟੈਕਸ ਮਾਫ ਕਰ ਦੇ। ਦੂਜਾ, ਇਸਤਰੀ ਨੂੰ ਮੂੰਹ ਨੰਗਾ ਰੱਖਣ ਦੀ ਆਗਿਆ ਦੇ। ਤੀਜਾ, ਸਤੀ ਪ੍ਰਥਾ ਬੰਦ ਕਰ। ਚੌਥਾ, ਪੁਨਰ ਵਿਆਹ ਕਰਨ ਦੀ ਆਗਿਆ ਦੇ। ਅਕਬਰ ਬਾਦਸ਼ਾਹ ਤੋਂ ਬਾਅਦ ਜਹਾਂਗੀਰ ਦਾ ਵਕਤ ਆਉਂਦਾ, ਜਿਹਦੇ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। 6ਵੇਂ ਪਾਤਸ਼ਾਹ ਦੇ ਵੇਲੇ ਵੀ ਇਹਦਾ ਵਕਤ ਰਿਹਾ, ਔਰ 7ਵੇਂ ਪਾਤਸ਼ਾਹ ਦੇ ਵੇਲੇ ਜਹਾਂਗੀਰ ਤੋਂ ਬਾਅਦ ਇਹਦਾ ਪੁੱਤ ਸ਼ਾਹਜਹਾਨ ਤਖਤ ਤੇ ਬੈਠਦਾ ਹੈ, ਜਿਹਦੇ ਪੁੱਤ ਨੂੰ ਦਾਰਸ਼ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਦਵਾਈ ਭੇਜੀ ਸੀ, ਸ਼ਾਇਦ ਆਪਾਂ ਨੂੰ ਯਾਦ ਹੋਵੇਗਾ। ਸ਼ਾਹਜਹਾਨ ਨਾਲ 6ਵੇਂ ਪਾਤਸ਼ਾਹ ਦੀਆਂ ਲੜਾਈਆਂ ਵੀ ਰਹੀਆਂ ਨੇ। ਤੇ ਔਰੰਗਜ਼ੇਬ ਉਹ ਤਖਤ ਤੇ ਬੈਠਦਾ ਹੈ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੇਲੇ ਤੋਂ ਚੱਲ ਪੈਂਦਾ, ਗੁਰੂ ਹਰਿਰਾਏ ਸਾਹਿਬ ਜੀ ਦੇ ਵੇਲੇ ਤੋਂ ਚੱਲ ਪੈਂਦਾ, ਜਦੋਂ ਰਾਮ ਰਾਏ ਨੂੰ ਭੇਜਦੇ ਨੇ। ਤੇ ਇਹਨੇ ਵੀ ਬਹੁਤ ਲੰਮਾ ਸਮਾਂ ਰਾਜ ਕੀਤਾ ਹੈ। ਇਹ 1707 ਵਿੱਚ ਚੜ੍ਹਾਈ ਕੀਤਾ ਸੀ। ਉਸ ਤੋਂ ਬਾਅਦ ਵਿੱਚ ਬਹਾਦਰ ਸ਼ਾਹ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਮਦਦ ਮੰਗਦਾ ਵੀ ਮੈਨੂੰ ਰਾਜ ਤਖਤ ਦਿਓ। ਆਪਣੇ ਭਰਾ ਦੇ ਨਾਲ ਜੰਗ ਵਿੱਚ ਲੜਿਆ, ਜੰਜੂਆਂ ਦੀ ਜੰਗ ਵਿੱਚ, ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮਦਦ ਕੀਤੀ ਜੰਗ ਦੇ ਮੈਦਾਨ ਵਿੱਚ, ਤੇ ਇਹਦੀ ਜਿੱਤ ਹਾਸਲ ਹੋਈ। 7 ਬਾਦਸ਼ਾਹ ਨੇ, ਪਹਿਲਾ ਬਾਬਰ, ਹੁਮਾਯੂੰ ਦੂਜਾ, ਤੀਜਾ ਅਕਬਰ, ਚੌਥਾ ਅਕਬਰ ਤੋਂ ਬਾਅਦ ਹੈ ਜਹਾਂਗੀਰ, ਤੇ 5ਵਾਂ ਹੈ ਸ਼ਾਹਜਹਾਨ, 6ਵਾਂ ਹੈ ਔਰੰਗਜ਼ੇਬ, 7ਵਾਂ ਹੈ ਬਹਾਦਰ ਸ਼ਾਹ। ਹੁਣ ਆਪਾਂ ਆਪਣੀ ਗੱਲਬਾਤ ਆ ਜੀ। ਗੁਰੂ ਅਮਰਦਾਸ ਜੀ ਦੇ ਵੇਲੇ ਅਕਬਰ ਬਾਦਸ਼ਾਹ, ਅਕਬਰ ਬਾਦਸ਼ਾਹ ਦੇ ਮਨ ਵਿੱਚ ਬੜੀ ਲਾਲਸਾ ਵੀ ਮੈਂ ਆਪਣਾ ਰਾਜ ਭਾਗ ਦੀਆਂ ਹੱਦਾਂ ਬਹੁਤ ਵਧਾ ਦਾਂ। ਗੁਰਬਾਣੀ ਵਿੱਚ ਜ਼ਿਕਰ ਕਰਦੀ, ਰਾਜਾ ਰਾਜ ਨਾਲ ਤ੍ਰਿਪਤਿਆ। ਰਾਜਾ ਕਦੇ ਦੇਸ਼ ਦੀਆਂ ਹੱਦਾਂ ਨਾਲ ਤ੍ਰਿਪਤ ਨਹੀਂ ਹੋਇਆ ਕਰਦਾ। ਇਹਨੇ ਵੀ ਮਨ ਵਿੱਚ ਵਿਚਾਰ ਰੱਖੀ, ਤੇ ਇਹਨੇ ਜਿਵੇਂ ਕਿਵੇਂ ਹੋਇਆ, ਕੁਝ ਇੱਕ ਨੂੰ ਲੜ ਕੇ, ਕੁਝ ਇੱਕ ਨੂੰ ਸਮਝੌਤੇ ਕਰਕੇ ਇਹਨੇ ਆਪਣੇ ਰਾਜ ਵਿੱਚ ਮਿਲਾ ਲਏ। ਉਸ ਵੇਲੇ ਦੀ ਇੱਕ ਬਹਾਦਰ ਕੌਮ ਹੈ ਰਾਜਪੂਤ। ਰਾਜਪੂਤਾਂ ਦੇ ਨਾਲ ਵੀ ਅਕਬਰ ਨੇ 2 ਹੀ ਤਰ੍ਹਾਂ ਦਾ ਵਿਹਾਰ ਕੀਤਾ। ਪਹਿਲਾ ਵਿਹਾਰ ਇਹ ਕੀਤਾ ਵੀ ਜਿਨ੍ਹਾਂ ਨਾਲ ਸੁਲ੍ਹਾ ਕੀਤੀ, ਜੇ ਤੋਂ ਸੁਲ੍ਹਾ ਨਾਲ ਮੰਨ ਗਏ, ਫਿਰ ਉਹਨਾਂ ਦੇ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਕੇ ਆਪਣੇ ਅਧੀਨ ਕਰਕੇ ਉਹਨਾਂ ਨੂੰ ਰਾਜ ਸੌਂਪ ਦਿੱਤਾ। ਪਰ ਜਿਨ੍ਹਾਂ ਨੇ ਅਧੀਨਗੀ ਨਾ ਕਬੂਲੀ, ਉਹਨਾਂ ਨਾਲ ਜੰਗ ਲੜਨੇ ਪਏ, ਜੰਗ ਲੜੇ। ਇਹਨਾਂ ਦੇ ਵਿੱਚੋਂ ਮੈਂ ਇੱਕ ਨਿੱਕੀ ਜਿਹੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕਿਉਂਕਿ ਉਹ ਬਹੁਤ ਜ਼ਰੂਰੀ ਹੈ ਅੱਜ ਦੇ ਮਾਮਲੇ 'ਚ, ਤਾਂ ਆਪਾਂ ਨੂੰ ਸਮਝ ਲੱਗਣੀ ਅੱਜ ਦੀ ਗੱਲ। ਇੰਨਾ ਖਲਾਰਾ ਤਾਂ ਪਾਉਣਾ ਪਿਆ। ਉਸ ਵੇਲੇ ਦਾ ਇੱਕ ਬਹੁਤ ਵੱਡਾ ਰਾਜਾ ਭਗਵਾਨ ਦਾਸ। ਭਗਵਾਨ ਦਾਸ ਕੋਲ ਅਕਬਰ ਬਾਦਸ਼ਾਹ ਨੇ ਸੁਲ੍ਹਾ ਦੇ ਲਈ, ਸਲਾਹ ਦੇ ਲਈ ਭੇਜੀ, ਆਪਣੀ ਸਲਾਹ ਪੇਸ਼ਕਸ਼ ਭੇਜੀ। ਤੇ ਭਗਵਾਨ ਦਾਸ ਨੇ ਆਪਣੀ ਭੈਣ, ਗੱਲ ਨੂੰ ਪਕੜ ਵਿੱਚ ਰੱਖੇ ਜੀ, ਭਗਵਾਨ ਦਾਸ ਨੇ ਆਪਣੀ ਭੈਣ ਅਕਬਰ ਬਾਦਸ਼ਾਹ ਨੂੰ ਵਿਆਹ ਦਿੱਤੀ। ਉਹਦਾ ਨਾਮ ਜੋਧਾਬਾਈ ਹੈ।
उस वेले दे राजपूत राजे महाराजिਆਂ ਨੂੰ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਦੇ ਕੇ ਉਹਨਾਂ ਨਾਲ ਸੁਲ੍ਹਾ ਕਰ ਲੈਂਦੇ ਸਨ। ਜਦੋਂ ਉਹਨੇ ਭਗਵਾਨ ਦਾਸ ਨੇ ਆਪਣੀ ਭੈਣ ਦਾ ਰਿਸ਼ਤਾ ਦੇ ਕੇ ਉਹਨੂੰ ਵਿਆਹ ਦਿੱਤੀ ਤੇ ਭਗਵਾਨ ਦਾਸ ਦਾ ਪੁੱਤ ਹੈ ਮਾਨ ਸਿੰਘ। ਮਾਨ ਸਿੰਘ ਦੀ ਭੂਆ ਲੱਗੀ क्योंकि बाप की भैन है। जे मान सिंह की भूआ लगी तो अकबर की लगे, फुफड़ लगे, जिन्होंने कई इलाकों में फुफा भी कहा जाता है। हुण मान सिंह भी उहदे राज में आ गया। फुफड़ जो होया कोई बड़ी गल नहीं सी। मान सिंह बहुत बड़ा योद्धा, राजनीति तो काफ़ी वाकफ है। ये वेखदियां तरक्की करदियां अकबर के 9 रत्नों विचों एक रतन बन गया। इन्हें बहुत सारे राज भाग दिते। हुण जिहड़ी गल मैं होना चाहुंदा उस वेले दा एक बहुत प्रतापी राजा हुंदा है, उहदा नाम है महाराणा प्रताप सिंह। महाराणा प्रताप सिंह कोल भी राजा मान सिंह एक सलाह लेके जाता भी तू अकबर की अधीनगी नूं कबूलना है। वो बुलाउंदा सत्कार करता है, आओ भगत करता है, क्योंकि वो रिश्तेदार आपस में ही मान सिंह अते महाराणा प्रताप सिंह रिश्तेदार ने। ये बड़ी प्यारी आओ भगत करता है, निघा स्वागत करता है। शाम के खाने वेले जो खाने का वक्त आया, हम सत्कारते हुए ना भी जो कोई बाहरों मेहमान आए उसके नाल बैठ के राजा खावे। महाराणा प्रताप सिंह ने आप खाना खाने की बजाय अपने पुत्र को बिठा दिता। मान सिंह ने तो हिंद समझी। मान सिंह ने पूछा तेरे बाप कितने हैं? वो कह लगे भी वो दर्द होंगे थोड़ा जिहा, किसी ने सिर च लिखा, किसी ने पेट च लिखा भी वो दर्द होंगे, तबीयत ठीक नहीं तां करके। मान सिंह ने आखिरकार दूजे दिन ये गल कही, कह लगे भी तुसी कल रात मेरा खाना नहीं खाधा। किड्डी वड्डी गल सी, दर्द होंदा सी, वैसे बैठ जाता बंदा। हुण वो जिहड़ा महाराणा प्रताप सिंह मान सिंह नूं ताना मारदे कहण लगे असीं उन्हां राजपूतां चों नहीं है जिहड़े अपणियां धीआं दे डोले राजे महाराजिਆਂ नूं दे के सुलह कर लैंदे ने। राजा मान सिंह दे मन विच इस गल चुभ गई। उन्हें अकबर नूं दस्सिया। अकबर ने उहदे ते हमला किया। हल्दी घाटी के मैदान विच महाराणा प्रताप सिंह डट के लड़िया, पर फिर भी वो हार गया। हारिया होया जो जंगलों में 4 साल फिरदा रहा, याद रखो जी। पर उन्हें एक बारी भी अकबर की ईन नहीं मनी। हुण 2 तरह के राजपूत सन उस वेले। एक राजपूत वो सन जिहड़े वक्ती हाकम दे नाल अपणियां धीआं भैणां दे डोले दे के संधि कर लैंदे सन, अणख ते गैरत नूं गिरवी रख के। दूजे वो सन जिहड़े टक्कर तां लै लैंदे सन, पर अपणियां धीआं भैणां दे डोले नहीं सन दिंदे। उन्हां विचों जिहड़ी वार दी धुनी ते गाउण दा हुक्म है, वो 3 ने। पहले मैं उहदी एक लाइन तुहाडे नाल साझी करना। ਉਹਦਾ इस वार दे लई गाउण दा हुक्म जो सतगुरु जी ने सानू बख्शिश कीता है। जोड़े वीरे पुरबाणी की धुनी। पुरबाणा इन्हां दे बाप दा नाम है। जोत ते वीर 2 राजपूत पुत ने पुरबाणे ने। हुण ये अणखी ने, जोधे ने, इन्हों घर च रहना औखा कर दिता अकबर ने। ये जंगलों च चले गए। जदों कदे शाही खजाना जाना, जदों एक दूजे इधर उधर शाही खजाने जाते होंगे सी। जिवें अकबर बादशाह कदे राजधानी आगरे बना लेंदा ते कदे दिल्ली बना लेंदा सी, उदों शाही खजाने जाया करते सन। ये लखी जंगल का जिक्र किया ज्ञानी हरबंस सिंह होरां ने। जदों भी खजाने इधर उधर जाते सी तां ये जोध अते वीर ये दोवें जने राह विचों खजाने लुट के गरीबां नूं वंड दिया करते सी।
ਸੀ ਤਾਂ ਇਹ ਡਾਕੂਆਂ ਵਾਲੀ ਬਿਰਤੀ ਦੇ, ਪਰ ਹਰ ਦਿਲ ਵਿੱਚ ਇਹਨਾਂ ਦਾ ਬੜਾ ਪਿਆਰ ਸੀ। ਲੋਕ ਬੜਾ ਪਿਆਰ ਕਰਦੇ ਸਨ ਇਹਨਾਂ ਨੂੰ, ਕਿਉਂਕਿ ਕੰਮ ਤਾਂ ਚੰਗੀ ਕਰ ਰਹੇ ਸਨ। ਇਹਨਾਂ ਨੇ ਜਦੋਂ ਖਜ਼ਾਨੇ ਲੁੱਟਣੇ, ਅਮੀਰ ਲੋਕਾਂ ਨੂੰ ਲੁੱਟਣਾ, ਇਹੋ ਜਿਹੇ ਜਿਹੜੇ ਅਕਬਰ ਦੇ ਖੁਸ਼ਾਮਦ ਪਸੰਦ ਬੰਦੇ ਹੁੰਦੇ ਸੀ, ਉਹਨਾਂ ਲੋਕਾਂ ਨੂੰ ਲੁੱਟਣਾ ਤੇ ਲੁੱਟ ਕੇ ਉਹਨਾਂ ਦਾ ਪੈਸਾ ਗਰੀਬਾਂ 'ਚ ਵੰਡ ਦੇਣਾ, ਇਹ ਗੱਲਾਂ ਅਕਬਰ ਨੂੰ ਕਈ ਵਾਰੀ ਖਬਰਾਂ ਪਹੁੰਚਦੀਆਂ ਰਹੀਆਂ। ਅਕਬਰ ਬਾਦਸ਼ਾਹ ਨੇ ਮੁੜ ਕੇ ਕੋਸ਼ਿਸ਼ ਕੀਤੀ ਭਈ ਇਹਨਾਂ ਦੇ ਨਾਲ ਸੁਲ੍ਹਾ ਕਰਨ ਵਾਸਤੇ ਬੰਦੇ ਭੇਜੇ ਵੀ ਤੁਸੀਂ ਕਿਸੇ ਤਰੀਕੇ ਮੇਰੇ ਰਾਜ ਵਿੱਚ ਆ ਜਾਓ, ਮੈਂ ਤੁਹਾਨੂੰ ਉੱਚੇ ਰੁਤਬੇ ਦੇ ਕੇ ਸਨਮਾਨ ਕਰਾਂਗਾ। ਇਹਨਾਂ ਨੇ ਵੀ ਮਹਾਰਾਣਾ ਪ੍ਰਤਾਪ ਸਿੰਘ ਵਰਗਾ ਜਵਾਬ ਦਿੱਤਾ ਸੀ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ। ਇਹਨਾਂ ਆਖਿਆ ਸੀ, ਭਲਿਆ ਰਾਜਨੀਤੀ ਦੀ ਕੂੜੀ ਇਸ ਜ਼ਿੰਦਗੀ ਵਿੱਚ ਅਸੀਂ ਉਹ ਰਾਜਪੂਤ ਨਹੀਂ ਹੈ ਜਿਹੜੇ ਆਪਣੇ ਧੀਆਂ ਦੇ ਡੋਲੇ ਦੇ ਕੇ ਤੇਰੇ ਨਾਲ ਫੈਸਲਾ ਕਰ ਲਈਏ। ਅਕਬਰ ਬਾਦਸ਼ਾਹ ਨੂੰ ਇਹ ਗੱਲ ਚੁਭੀ। ਉਹਨੇ ਬਹੁਤ ਸਾਰੀਆਂ ਫੌਜਾਂ ਦੇ ਕੇ ਤੇ ਇਸ ਯੋਧੇ ਤੇ ਵੀਰੇ, ਵੀਰ ਤੇ ਯੋਧ, ਯੋਧੇ ਤੇ ਵੀਰੇ ਇੱਕੋ ਹੀ ਨਾਂ ਹੈ, ਇੱਕੋ ਨਾਮ ਦੀ ਗੱਲ ਹੈ। ਦੋ ਸਕੇ ਭਰਾ ਨੇ, ਮੈਂ ਫਿਰ ਦੁਹਰਾਵਾਂ, ਵੀਰ ਜਾਂ ਵੀਰਾ, ਯੋਧ ਜਾਂ ਯੋਧੇ ਇੱਕੋ ਹੀ ਚੀਜ਼ ਹੈ। ਇਹਨਾਂ ਦੇ ਨਾਲ ਜੰਗ ਲੜਨ ਵਾਸਤੇ ਭੇਜਿਆ, ਬੜਾ ਡਟ ਕੇ ਲੜੇ, ਬਹਾਦਰੀ, ਅਣਖ ਤੇ ਗੈਰਤ ਦੇ ਨਾਲ ਇਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਉਸ ਵੇਲੇ ਇਹਨੂੰ ਢਾਡੀਆਂ ਨੇ ਗਾਇਆ। ਮੈਂ ਇੱਕ ਵਾਰੀ ਫਿਰ ਦੁਹਰਾਉਣਾ ਚਾਹੁੰਦਾ, ਤੁਸੀਂ ਸੋਚ ਕੇ ਦੇਖੋ, ਜਿਹੜਾ ਅਕਬਰ ਬਾਦਸ਼ਾਹ ਇਹੋ ਜਿਹਾ ਹੈ ਤੇ ਉਸ ਵੇਲੇ ਢਾਡੀਆਂ ਦੀ ਇਹ ਵਾਰ ਦਾ ਗਾਉਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਵੀ ਕਿਹੋ ਜਿਹੇ ਨਿਰਭਉ ਪ੍ਰਚਾਰਕ ਹੁੰਦੇ ਸਨ ਉਸ ਵੇਲੇ। ਉਹ ਡਰਦੇ ਨਹੀਂ ਸਨ ਅਕਬਰ ਬਾਦਸ਼ਾਹ ਤੋਂ ਵੀ। ਉਹਨਾਂ ਨੇ ਇਹਨਾਂ ਜੋਧ ਤੇ ਵੀਰ ਦੀ ਉਸ ਵੇਲੇ ਵਾਰ ਗਾਈ। ਇਹ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਵੇਲੇ ਹੈ। ਗੁਰੂ ਅਮਰਦਾਸ ਜੀ ਇਹ ਵਾਰ ਉਚਾਰ ਰਹੇ ਨੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਵੇਲੇ ਲੋਕਾਂ ਵਿੱਚ ਬੜੀ ਪ੍ਰਸਿੱਧ ਹੋਈ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਭਾਈ ਗੁਰਦਾਸ ਜੀ ਕੋਲੋਂ ਲਿਖਵਾਇਆ ਸੀ। ਉਹਨਾਂ ਦਾ ਜ਼ਿਕਰ ਯੋਧੇ ਵੀਰ ਕੁਰਬਾਨੀਏ ਦੋ ਗੱਲਾਂ ਕਰਨ ਕਰਾਰੀਆਂ। ਉਹਨਾਂ ਨੇ ਬੜੀਆਂ ਟਣਕਾ ਕੇ ਗੱਲਾਂ ਕੀਤੀਆਂ। ਅਕਬਰ ਬਾਦਸ਼ਾਹ ਦੀ ਖੁਸ਼ਾਮਦ ਨਹੀਂ ਕੀਤੀ, ਉਹਨਾਂ ਦੀ ਗੁਲਾਮੀ ਨਹੀਂ ਕੀਤੀ। ਕਹਿੰਦੇ ਇੱਥੇ ਬਸ ਨਹੀਂ, ਫੌਜਾਂ ਚਾੜੀਆਂ ਬਾਦਸ਼ਾਹ ਅਕਬਰ ਨੇ ਭਾਰੀਆਂ। ਜਦੋਂ ਨੇ ਗੱਲ ਨਾ ਮੰਨੀ ਤੇ ਫੌਜਾਂ ਚਾੜ ਕੇ ਅਕਬਰ ਬਾਦਸ਼ਾਹ ਨੇ ਬਹੁਤ ਜ਼ਿਆਦਾ ਤੇ ਇਸ ਜੰਗ ਲੜਿਆ। ਨਹੀਂ ਮੰਨਦੇ ਤੇ ਫਿਰ ਇਸ ਜਦੋਂ ਉਹਨਾਂ ਨੇ ਇਸ ਜੰਗ ਦੇ ਵਿੱਚ ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ, ਕਹਿੰਦੇ ਉਹ ਰਾਜਪੂਤ ਭਾਵੇਂ ਉਹਨਾਂ ਕੋਲ ਫੌਜਾਂ ਘੱਟ ਨੇ, ਭਾਵੇਂ ਉਹਨਾਂ ਕੋਲ ਸਾਧਨ ਘੱਟ ਨੇ, ਪਰ ਅਣਖ ਤੇ ਗੈਰਤ ਦਾ ਮੁੱਲ ਨਹੀਂ ਹੁੰਦਾ। ਲੋਕ ਮਰਦਾਂ ਦੀਆਂ ਵਾਰਾਂ ਗਾਉਂਦੇ ਨੇ। ਸੰਸਾਰ ਉਹਨਾਂ ਯੋਧਿਆਂ ਦੀਆਂ ਗਾਥਾਵਾਂ ਪਾਉਂਦਾ ਹੈ ਤੇ ਉਹਨਾਂ ਨੇ ਬਿਨਾਂ ਕੋਈ ਪਰਵਾਹ ਮੰਨਿਆ, ਬਿਨਾਂ ਕੋਈ ਖੁਸ਼ਾਮਦ ਕੀਤਿਆਂ ਜੰਗ ਲੜਿਆ ਤੇ ਆਖਰ ਜੰਗ ਦੇ ਮੈਦਾਨ ਵਿੱਚ ਜਿੱਤ ਹਾਸਲ ਕੀਤੀ ਤੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇੰਦਰਾ ਸਣੇ ਅਪਸ਼ਰਾ ਮਿਲ ਕਰਨ ਜ਼ਵਾਰੀਆਂ। ਕਹਿਣ ਲੱਗੇ ਇਉਂ ਪ੍ਰਤੀਤ ਹੁੰਦਾ ਹੈ, ਇਹ ਇੱਕ ਅਲੰਕਾਰ ਹੈ, ਕਵੀਆਂ ਦਾ ਆਪਣਾ ਅੰਦਾਜ਼ ਹੁੰਦਾ ਹੈ। ਕਹਿੰਦੇ ਇਉਂ ਲੱਗਦਾ ਹੈ ਜਿਵੇਂ ਇੰਦਰ ਅਤੇ ਅਪਸ਼ਰਾ ਉਹਨਾਂ ਯੋਧਿਆਂ ਨੂੰ, ਉਹਨਾਂ ਸੂਰਬੀਰਾਂ ਨੂੰ ਮੰਨ ਲਓ ਨਮਸਕਾਰਾਂ ਕਰਦੇ ਹੋਣ। ਉਹਨਾਂ ਨੂੰ ਸੁਹਾਰ ਦਾ ਮਤਲਬ ਹੁੰਦਾ ਹੈ ਨਮਸਕਾਰ ਕਰਨੀ। ਉਹਨਾਂ ਨੂੰ ਨਮਸਕਾਰ ਕਰਦੇ ਹੋਣ ਵੀ ਤੁਹਾਡੀ ਬਹਾਦਰੀ ਤੋਂ ਕੁਰਬਾਨ ਹੈ, ਜਿਨ੍ਹਾਂ ਨੇ ਐਡੀ ਵੱਡੀ ਬਹਾਦਰੀ ਦੇ ਨਾਲ ਆਪਣੇ ਜੀਵਨ ਦੀ ਅਣਖ ਤੇ ਗੈਰਤ ਨੂੰ ਜਿਉਂਦਾ ਰੱਖਿਆ। ਮੈਂ ਛੋਟੀ ਜਿਹੀ ਬੇਨਤੀ ਕਰਕੇ ਆਪਣੀ ਗੱਲ ਵੱਲ ਵਾਪਸ ਆ ਜਾਣਾ। ਪਹਿਲਾਂ ਮੈਂ ਸਵਾਰ ਦੀਆਂ ਗੱਲਾਂ ਪੂਰੀਆਂ, ਇੱਕ ਪੰਕਤੀ ਰਹਿੰਦੀ ਹੈ। ਕਹਿੰਦੇ ਦੋਹੀ ਕੀਤੀ ਯੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਇਹਨਾਂ ਨੇ ਉਸ ਵੇਲੇ ਟਣਕਾ ਕੇ ਗੱਲਾਂ ਕੀਤੀਆਂ, ਬਿਲਕੁਲ ਕੋਈ ਪਰਵਾਹ ਨਾ ਕੀਤੀ। ਇੱਕ ਬੇਨਤੀ ਕਰਨ ਲੱਗਾ,
ये मैं हर रोज़ तुहानूं गुरु का सुनेहा भी देना है। ये गल चेता रखियो, गुरु जी ने किड्डी वड्डी साडे ते रहमत की। सानू कल्ली जिंदगी सुआसां वाली नहीं दिती, सानू कल्ली जिंदगी खाण पहनण वाली नहीं दिती, सानू अणख ते गैरत वाली जिंदगी दिती है। ਉਹਦੇ ਵਿੱਚੋਂ बचन भी आखे ने, जे जीवै पत लथी जाए सब हराम चेता कछ खाए। और सिख जदों धर्म सिखण जांदा है उदों दरबार साहब निमरता नाल पौड़ियां उतर के जाता है, पर सिख जदों धर्म धारण करन जाता है उदों याद रखो जे आनंदपुर साहब की पहाड़ी चढ़ के जाता है। जे दरबार साहब नीवीं थां ते हो सकता है तो आनंदपुर साहब भी नीवीं थां ते हो सकता सी, पर गुरु ने बचन आखे, कहन लगे पुत वे जदों तेरे जीवन विच दात आवे, धर्म नूं सिखना होवे ते बड़ी निमरता नाल सिखी, पर जदों धर्म धारण करना है फिर साडा धर्म वो नहीं है ਜਿਹੜਾ कल अपनी राखी ਲਈ भी ਆਪਣੀਆਂ ਧੀਆਂ ਭੈਣਾਂ ਦੀ राखी ਲਈ भी दूजी आगे तरले करदा होवे, नहीं तो दूजियां दियां भी बचाउणियां ने। फिर ये दात बख्शी। होर बेनती करा, तुसीं कदे ख्याल करके देखियो, जे गुरु घर विच कोई आउंदा है, दरबार साहिब दी मैं गल करना, दरबार साहिब कोई आउंदा है ते सारियां नूं खुला सद्दा, खत्तरी ब्राह्मण शूद वैश्य उपदेश चौं वरना को सांझा। उत्थे भीड़ की वखरी लैन हो सकती है, पर कदे जातां वरना करके वखरियां नैना नहीं लगियां भी इस जात वाले इस लैन च लगो, इस वाले इस लैन च लगो, सारे आ सकते हैं, कोई वखरेवा नहीं, कोई अमीर है कोई गरीब है, कोई फर्क नहीं। जदों दरबार साहब आवे तो बैठी तेनों बैठ के विचार देंगे, तू बैठी तेनों कड़ा प्रसाद देंगे, तू बैठी तेनों प्यार देंगे, तू बैठी तेनों गुरु दियां असीसां देंगे, तू बैठी तेनों लंगर छकावांगे, तेरे नाल प्यार करांगे, कोई वितकरा नहीं होवेगा। पर यह गल चेता रखी, जे मत्था टेकण आवेगा तो सारा कुछ मिलेगा, क्योंकि सिख जिहड़ा है वो संत भी है। पर जे तू मत्था लाउण आएगा ना, फिर तेरे नाल गल अकाल तख्त के उत्ते चढ़ के गल करांगे, उच्ची थां ते बैठ के गल करांगे, फिर अकाल तख्त का थड़ा सरकार की राजनीति तो नीवा नहीं होएगा, फिर ऊंचा होएगा। अणख ते गैरत वाली जिंदगी। मैं फिर अर्ज करा, जे उस बाटे विच पतासे घोलण दी ओह कहानी हुंदी ते आपां नित दिहाड़े देखदे हैं ना घरां दे विच ते बंदा कड़छी नाल भी घोल लैंदा है, कड़छी नाल घोल देंदे गुरु। पर गुरु नूं पता सी भी कड़छियां ते चमचे गुलामियां दे साधन हुंदे ने। मैं जी झोली विच गुलामी नहीं पाउणी, मैं ते अणख ते गैरत पाउणी है जी झोली विच। इसे लई हजूर ने खंडा ते बाटा, बाटे विच खंडा फेरिया ताकि तेरे जीवन विच अणख ते गैरत कामयाब रहे। अज भी तुसीं देखदे हो, जदों गल मुक नहीं जाती, सिख गुरुद्वारा साहब कदम रखदा की है, निशान साहब के दीदार हुंदे ने, निशान साहब का कपड़े का फरला वो सारी दुनिया नूं हवा चुड़ के एक आवाज़ दिंदा है भी भलिया जे तेनू प्रशादे पानी की लोड़ है, जे तेनू रहन सहन की लोड़ है, जे तेनू शरण की लोड़ है, जे तेनू दुख सुख की कोई कहानी है, तो गुरु नानक का घर उच्ची थां ते खलो के तेनू आवाज़ा मारदा मेरे घर आ जा। पर याद रखी, इस कपड़े के फरले के उत्ते एक खंडा भी लग्या हुआ है, जिहड़ा ये सूचना दिंदा है भी जे तेरी इज्जत नूं भी खतरा है, जे तेरी किसी धी बच्ची नूं भी खतरा है, इत्थे वो अणखां दे बनजारे बैठे ने जिहड़े जिंदगी दीयां खेडां खेड के किसी दी पत नूं बचाउणा जाणदे ने, खंडा घोल के पीण वाले ने। निशान साहब दे विच केवल कपड़े का फरला नहीं, उत्ते खंडा भी दिखाई देंदा। सिख जदों गुरु घर आउंदा है फिर कड़ा प्रशादी देग लैंदा है। ते कड़ा प्रशादी देग किवें मिलदी है? जदों अरदास हुंदी है
ਉਦੋਂ ਕੜਾ ਪ੍ਰਸ਼ਾਦੀ ਦੇਗ ਵਿੱਚ ਅਰਦਾਸ ਤੇ ਹੋ ਗਈ, ਪੁੱਤ ਵੇ ਤੂੰ ਕੱਲਾ ਕੜਾ ਪ੍ਰਸ਼ਾਦ ਖਾਣ ਵਾਲਾ ਨਾ ਬਣ ਜਾਏ, ਤੇਰੀ ਅਣਖ ਤੇ ਗੈਰਤ ਜਿਉਂਦੀ ਰਵੇ। ਵਿੱਚ ਕਿਰਪਾਨ ਫਿਰ ਕੇ ਦਿੰਦੇ ਹੋ, ਸਾਡੇ ਤਾਂ ਕੜਾ ਪ੍ਰਸ਼ਾਦ ਦੇ ਵਿੱਚ ਵੀ ਕਿਰਪਾਨ ਫਿਰੀ ਹੋਈ ਹੈ, ਤੇ ਇਹ ਅਣਖ ਤੇ ਗੈਰਤ ਕਿਵੇਂ ਭੁੱਲ ਜਾਏਗੀ। ਗੁਰੂ ਨੇ ਗੱਲਾਂ ਜਿਉਂਦੀਆਂ ਰੱਖਣ ਵਾਸਤੇ ਉਹਨਾਂ ਯੋਧਿਆਂ ਦੀਆਂ ਧੁਨੀਆਂ ਦੇ ਉੱਤੇ ਇਹ ਵਾਰ ਨੂੰ ਗਾਉਣ ਦਾ ਹੁਕਮ ਕੀਤਾ ਹੋਇਆ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹ ਰਾਮਕਲੀ ਦੀ ਵਾਰ ਹੈ। ਰਾਮਕਲੀ ਵਿੱਚ 3 ਵਾਰਾਂ ਨੇ, ਇੱਕ ਵਾਰ ਇਹ ਗੁਰੂ ਅਮਰਦਾਸ ਜੀ ਦੀ, ਇੱਕ ਵਾਰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੀ ਹੈ, ਇੱਕ ਵਾਰ ਬਾਬਾ ਸੱਤਾ ਜੀ ਤੇ ਬਲਵੰਡ ਜੀ ਦੀ ਹੈ। ਅੱਜ ਇਸ ਗੁਰੂ ਅਮਰਦਾਸ ਜੀ ਦੀ ਵਾਰ ਨੂੰ ਇਸ ਯੋਧੇ ਵੀਰੇ ਕੁਰਬਾਨੀ ਕੀ ਧੁਨੀ ਇਹਦੇ ਉੱਤੇ ਗਾਉਣ ਦਾ ਹੁਕਮ ਹੈ, ਜਿਨ੍ਹਾਂ ਨੇ ਵਕਤ ਦੇ ਹਾਕਮ ਅਕਬਰ ਦੀ ਅਧੀਨਗੀ ਨਾ ਕਬੂਲ ਕੇ ਆਪਣੀ ਅਣਖ ਤੇ ਗੈਰਤ ਨੂੰ ਜਿਉਂਦਿਆਂ ਰੱਖ ਕੇ ਇਤਿਹਾਸ ਦੇ ਪੰਨੇ ਉੱਤੇ ਆਪਣੀਆਂ ਹੱਡੀਆਂ ਦੀਆਂ ਕਲਮਾਂ ਤੇ ਆਪਣੀ ਰੱਤ ਦੀ ਸਿਆਹੀ ਬਣਾ ਕੇ ਇੱਕ ਅਵੱਲਾ ਇਤਿਹਾਸ ਦਾ ਕਾਰਨਾਮਾ ਅੰਕਿਤ ਕਰਵਾ ਦਿੱਤਾ ਸੀ। ਬਾਕੀ ਵਿਚਾਰ ਆਉਣ ਵਾਲੇ ਸਮੇਂ 'ਚ ਭੁੱਲਾਂ ਚੁੱਕਾਂ ਦੀ ਖਿਮਾ ਅਦਬ ਸਤਿਕਾਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।